ਤੁਸੀਂ ਇਸ ਟਾਈਮ ਦੇਖ ਸਕਦੇ ਹੋ ਉਡਾਨ ਇਮੀਗ੍ਰੇਸ਼ਨ ਜਿਨ੍ਹਾਂ ਦੇ ਕਈ ਪਹਿਲਾਂ ਵੀ ਕਈ ਪਰਚੇ ਨੇ, ਤੇ ਪਰ ਹੁਣ ਜਿਹੜਾ ਅਰਬਨ ਸਟੇਟ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ ਹੈਗਾ ਉਹਨਾਂ ਨੂੰ, ਇਹਨਾਂ ਦੇ ਪਹਿਲਾਂ ਵੀ ਜਿਹੜੇ ਕਈ ਪਰਚੇ ਨੇ ਤੇ ਅੱਜ 2200 ਕੰਪਲੇਂਟਸ ਨੇ ਇਹਨਾਂ ਦੇ ਉੱਤੇ। ਤੇ ਅੱਜ ਉਡਾਨ ਇਮੀਗ੍ਰੇਸ਼ਨ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਜਿਹੜੀ ਲੈ ਕੇ ਜਾ ਰਹੇ ਨੇ ਕੋਰਟ ਕੰਪਲੈਕਸ 'ਚ। ਚਲੋ ਠੀਕ ਹੈ ਜੀ, ਰੋਲ ਹੈ। ਹਾਂਜੀ ਸਰ, ਅੱਜ ਦੇ ਐਕਚੁਅਲੀ ਸਾਡੇ ਕੋਲ ਇੱਕ FIR ਸੀ ਵੀ ਦੋ FIR 225 ਐਂਡ FIR 42 ਜਿਹੜੀਆਂ ਹੈਗੀਆਂ ਸੀਗੀਆਂ 225 2021 ਦੀ ਹੈ ਦਸੰਬਰ ਦੀ। ਇਹਦੇ ਵਿੱਚ 406 420 465 68 72 ਐਂਡ 120 ਵੀ ਐਂਟੀਸੀਡੈਂਟ ਐਂਡ FIR ਨੰਬਰ 42 ਹੈ ਜੋ ਉਹ ਆਪਣੀ 2022 ਦੀ ਹੈ ਅਪ੍ਰੈਲ ਦੀ ਹੈ। ਇਹਦੇ ਵਿੱਚ 420 406 120 BIPC ਇਹ ਅਰਬਨ ਸਟੇਟ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਲੌਂਚ ਕੀਤੀਆਂ ਸੀ। ਇਸ ਤੋਂ ਇਲਾਵਾ ਵੀ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਹੈ, ਇਸ ਦੇ ਖਿਲਾਫ ਸਨ ਆਫ ਦੰਗਲ ਸਿੰਘ, ਇਸ ਦੇ ਖਿਲਾਫ ਪਹਿਲਾਂ ਵੀ ਹੋਰ ਥਾਣਿਆਂ ਦੇ ਵਿੱਚ ਜਿੰਨਾ ਸਾਡੇ ਕੋਲ ਹੁਣ ਤੱਕ ਸਰਫੇਸ ਹੋਇਆ ਹੈ, ਖੰਨਾ ਦੇ ਵਿੱਚ, ਆਪਣਾ ਫਤਿਹਗੜ੍ਹ ਸਾਹਿਬ ਦੇ ਵਿੱਚ, ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ, ਹਿਸਾਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ, ਇਹਨਾਂ ਦੇ ਖਿਲਾਫ ਟੋਟਲ 9 FIRs ਨੇ ਇੰਕਲੂਡਿੰਗ ਅਰਬਨ ਸਟੇਟ ਲੌਂਚ ਨੇ। ਹੋ ਸਕਦਾ ਹੋਰ ਵੀ ਹੋਣ, ਅਸੀਂ ਹੋਰ ਵੀ ਰਿਕਾਰਡ ਵੈਰੀਫਾਈ ਕਰ ਰਹੇ ਹਾਂ। ਤਾਂ ਮੇਨ ਜਿਹੜਾ ਹੈ ਇਹਨਾਂ ਦੇ ਅਗੇਂਸਟ ਜੋ ਐਲੀਗੇਸ਼ਨ ਹੈਗੇ ਨੇ, ਉਹ ਇੱਕ ਤਾਂ ਇਹ ਹੈ ਕਿ ਬਾਹਰ ਭੇਜਣ ਦਾ ਝਾਂਸਾ ਦੇ ਕੇ ਫੋਰਨ ਦੇ ਵਿੱਚ ਜਿਹੜਾ ਭੇਜਣਾ ਇਮੀਗ੍ਰੇਸ਼ਨ ਦਾ, ਉਹਦੇ ਤਹਿਤ ਜਿਹੜੀ ਹੈਗੀ ਲੋਕਾਂ ਨਾਲ ਭੋਲੇ ਭੋਲੇ ਲੋਕਾਂ ਨਾਲ ਠੱਗੀ ਮਾਰਨ ਦਾ ਇਹਨਾਂ ਦੇ ਗੁਰਪ੍ਰੀਤ ਸਿੰਘ ਦੇ ਉੱਤੇ ਐਲੀਗੇਸ਼ਨ ਤੇ ਉਹਦੇ ਬੇਸਿਸ ਦੇ ਉੱਤੇ FIRs। ਇਹ ਜਿਹੜੀਆਂ FIRs ਨੇ, ਇਹਨਾਂ ਤੋਂ ਇਲਾਵਾ ਵੀ ਸਾਡੇ ਕੋਲੇ ਅਰਾਊਂਡ 250 ਦੇ ਕਰੀਬ ਹੋਰ ਕੰਪਲੇਂਟ ਸਾਡੇ ਕੋਲੇ ਰੀਸੈਂਟਲੀ ਮਸੂਲ ਹੋਈਆਂ ਨੇ। ਵੀ ਜਿਹੜੀ ਇਹਦੀ ਪ੍ਰਾਪਰਟੀ ਹੈ, ਜਿੰਨੇ ਨੇ ਪੈਸੇ ਕਮਾਏ ਨੇ, ਜਿਸ ਤਰ੍ਹਾਂ 250 ਤਾਂ ਇਹ ਹੋ ਗਏ, 250 ਆਪਾਂ ਪਹਿਲਾਂ ਮੰਨ ਕੇ ਚੱਲੀਏ ਚੱਠਾ ਸਾਹਿਬ ਨੇ ਜਿਵੇਂ ਕਿਹਾ ਸਰ, ਇਹ ਪਤਾ ਲੱਗਿਆ ਵੀ ਇੱਕ ਬਹੁਤ ਵੱਡਾ ਹਸਪੀਟਲ ਪਟਿਆਲਾ ਦੇ ਵਿੱਚ ਬਣਾਉਣ ਜਾ ਰਹੇ ਸੀ ਆਪਣੇ ਪਾਰਟਨਰ ਨਾਲ ਮਿਲ ਕੇ। ਜਿਸ ਤਰ੍ਹਾਂ ਆਪਾਂ ਨਸ਼ੇ ਦੇ ਜਿਹੜੇ ਤਸਕਰ ਨੇ, ਆਪਾਂ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚ ਕਰ ਦਿੰਦੇ ਹਾਂ ਕਿ ਜੇ ਜਾਂਚ ਸਾਹਮਣੇ ਆਉਂਦਾ ਤਾਂ ਕਿ ਆਪਾਂ ਉਸ 'ਤੇ ਵੀ ਕਾਰਵਾਈ ਕਰਾਂਗੇ, ਉਹਦੀ ਪ੍ਰਾਪਰਟੀ ਹਰ ਕਿਸਮ ਦੀ ਕਾਰਵਾਈ ਕੀਤੀ ਜਾਊਗੀ ਜੀ। ਜਿਸ ਤਰ੍ਹਾਂ ਤੁਸੀਂ ਹੁਣ ਦੱਸ ਰਹੇ ਹੋ ਹਸਪੀਟਲ, ਠੀਕ ਹੈ, ਜਾਂ ਕੋਈ ਹੋਰ ਗੱਲ ਕਰ ਰਹੇ, ਸਾਨੂੰ ਰੈਗੂਲਰ ਕਾਲਸ ਮਸੂਲ ਹੋਣੀਆਂ। ਜਦੋਂ ਅਸੀਂ ਅਰੈਸਟ ਕੀਤਾ ਹੈ, ਪਰਸੋਂ ਅਰੈਸਟ ਪਾਈ ਹੈ, ਉਸ ਤੋਂ ਬਾਅਦ ਸਾਨੂੰ ਲਗਾਤਾਰ ਇਸ ਤਰੀਕੇ ਦਾ ਕਿ ਇਹ ਪ੍ਰਾਪਰਟੀ ਹੈ, ਉਹ ਪ੍ਰਾਪਰਟੀ, ਕਈ ਚੀਜ਼ਾਂ ਹਜੇ ਤੱਕ ਸਾਡੇ ਤੱਕ ਨਹੀਂ ਪਹੁੰਚੀਆਂ ਸੀਗੀਆਂ। ਹੁਣ ਤੁਹਾਡੇ ਮਾਧਿਅਮ ਤੇ ਦੇ ਥਰੂ ਵੀ, ਔਰ ਇਹ ਹੋਰ ਜਿੰਨੇ ਵੀ ਕੰਪਲੇਂਟਸ ਨੇ ਸਾਡੇ ਕੋਲ ਹੋਰ ਬਹੁਤ ਆ ਰਹੇ ਨੇ, ਉਹਦੇ ਬੇਸਿਸ ਦੇ ਉੱਤੇ ਪਹਿਲੀ ਗੱਲ ਤਾਂ ਜਿੰਨੀਆਂ ਸਾਨੂੰ ਹੁਣ ਇਨਫੋਰਮੇਸ਼ਨ ਮਿਲੂਗੀ ਉਹਦੇ ਬੇਸਿਸ ਦੇ ਉੱਤੇ ਅਸੀਂ ਉਹ ਸਾਰੇ ਐਂਗਲਸ ਐਕਸਪਲੋਰ ਕਰਾਂਗੇ, ਠੀਕ ਹੈ। ਐਂਡ ਉਹ ਜਿਹੜਾ ਵੀ ਇਹਦਾ ਕੰਕਲੂਜਨ ਹੋਏਗਾ, ਠੀਕ ਹੈ, ਉਹ ਸਾਰਾ ਲੌਜੀਕਲ ਐਂਡ ਤੇ ਅਸੀਂ ਲੈ ਕੇ ਜਾਵਾਂਗੇ। ਪ੍ਰਾਪਰਟੀ ਅਟੈਚ ਹੋਣੀ ਹੈ ਤਾਂ ਉਹ ਵੀ ਹੋਏਗੀ, ਠੀਕ ਹੈ। ਉਹ ਸਾਰਾ ਕੋਰਟ ਦਾ ਪ੍ਰੋਸੀਜਰ ਹੈ, ਉਹ ਲਿਆ ਜਾਏਗਾ। ਪਾਰਟਨਰ ਕੌਣ ਸੀ ਸਰ, ਉਹ ਤੇ ਵੀ ਉਹ ਸਾਰਾ ਅਸੀਂ ਕਰਾਂਗੇ। DSP ਸਾਹਿਬ, ਠੀਕ ਹੈ ਨਾ, ਹਰ ਜਿਹੜਾ ਵੀ ਬੰਦਾ ਇਹਦੇ ਵਿੱਚ ਇਨਵੋਲਵ ਹੈ ਉਹ ਹਰ ਵਿਲ ਬੀ ਬੁੱਕ। DSP ਸਾਹਿਬ, ਮੈਟਰ ਆਫ ਇਨਵੈਸਟੀਗੇਸ਼ਨ ਅਜੇ ਤਾਂ ਜਿਹੜਾ ਹੈਗਾ DSP ਸਾਹਿਬ, ਜਦੋਂ ਲਾਇਸੈਂਸ ਦਿੱਤਾ ਜਾਂਦਾ ਕੁਝ ਬੰਦਿਆਂ ਕੋਲ ਕਿਸ਼ਨ ਹੋਈ ਲਾਇਸੈਂਸ ਨੇ, ਬਟ ਜਿਹੜਾ ਹੈਗਾ ਇਹਨਾਂ ਦੇ ਆਫਿਸਿਸ ਜ਼ਿਆਦਾ ਨੇ ਕਿ ਉਸ ਚੀਜ਼ ਦੇ ਉੱਤੇ ਵੀ ਕਾਰਵਾਈ ਕਰੋਗੇ। ਜਿਸ ਤਰ੍ਹਾਂ 5 ਤੋਂ 7 ਲਾਇਸੈਂਸ ਦਿੱਤੇ ਹੁੰਦੇ ਨੇ ਜੀ, ਉਸ ਤੋਂ ਇਲਾਵਾ ਇਹਨਾਂ ਨੇ ਇਲੀਗਲੀ 30-40 ਦਫ਼ਤਰ ਹੁੰਦੇ ਨੇ ਜਿਨ੍ਹਾਂ ਦੇ ਨਾਲ, ਉਹਦੇ ਉੱਤੇ ਕੋਈ ਕਾਰਵਾਈ ਬਿਲਕੁਲ ਕਰਾਂਗੇ ਜੀ, ਬਿਲਕੁਲ ਕਰਾਂਗੇ। ਜੇ ਇਹ ਚੀਜ਼ ਹੋਏਗਾ ਤਾਂ ਹਿਊਮਨ ਟ੍ਰੈਫਿਕਿੰਗ ਐਕਟ ਦੇ ਅੰਦਰ ਵੀ ਕਾਰਵਾਈ ਕੀਤੀ ਜਾਊਗੀ। ਉਹ ਸਾਰਾ ਜੇ ਇਹਨਾਂ ਦੇ ਲੌਜੀਕਲ ਮਤਲਬ ਲੀਗਲ ਇਹ ਚੀਜ਼ਾਂ ਨਾ ਪਾਈਆਂ ਗਈਆਂ ਇਹਨਾਂ ਦੇ ਆਫਿਸ, ਤਾਂ ਉਸ ਅਕੋਰਡਿੰਗਲੀ ਉਹ ਸੰਬੰਧਿਤ ਸੈਕਸ਼ਨਸ ਦੇ ਵਿੱਚ ਤੇ ਸੰਬੰਧਿਤ ਜਿਹੜੇ ਐਕਟਸ ਨੇ, ਸਪੈਸ਼ਲ ਐਕਟ, ਉਹਨਾਂ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਧਾਰਾਵਾਂ ਦਾ ਵਾਧਾ ਕਰਕੇ ਕਰ ਸਕਦੇ। DSP ਸਾਹਿਬ, ਇਹ ਨਾ ਅਕਸਰ ਲੋਕਾਂ ਦੀਆਂ ਪਾਸਪੋਰਟ ਤੇ ਡਾਕੂਮੈਂਟ ਰੱਖ ਲੈਂਦੇ ਆ, ਬੈਂਕ ਖਾਤਾ ਵੀ ਆਪ ਖੁਲਵਾਉਂਦੇ ਆ, ਚੈੱਕ ਵੀ ਆਪ ਇਸ਼ੂ ਕਰਾਉਂਦੇ ਆ। ਬੈਂਕ ਦੀ ਕੋਈ ਐਸੀ ਅਥਾਰਟੀ ਨਹੀਂ ਹੈ ਕਿ ਚੈੱਕ ਬੁੱਕ ਤੁਹਾਡੀ ਹੋਵੇ, ਸਾਰਾ ਕੁਝ ਤੇ ਇਸ਼ੂ ਇਹ ਕਰਾਉਣ। ਇਹ ਸਾਰਾ ਕੁਝ ਵੈਰੀਫਾਈ ਕਰਾਂਗੇ ਜੀ। ਸਾਰੇ ਲਾਇਸੈਂਸ ਇਹਨਾਂ ਦੇ ਨਾਮ ਤੇ ਸੀ, ਕਿਉਂਕਿ 3-4 ਇਹਨਾਂ ਲੈ ਕੇ ਸਾਡੀ ਨੌਲੇਜ ਹੈ ਕਿ ਲਾਇਸੈਂਸ ਇਹਦੇ ਨਾਮ ਆਪਣੇ ਨਾਮ ਤੇ ਨਹੀਂ ਹੈਗੇ। ਕੁਝ ਕੰਮ ਕਰਨ ਵਾਲੇ ਬੰਦੇ ਨੇ ਜਿਹੜੇ ਉਹਨਾਂ ਦੇ ਨਾਮ ਤੇ ਨੇ, ਉਹ ਵਿਚਾਰਿਆਂ ਨੂੰ ਪਤਾ ਵੀ ਨਹੀਂ ਕਈਆਂ। ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਹਜੇ ਕੰਪਲੇਂਟਸ ਬਹੁਤ ਨੇ, ਇਸ਼ੂਜ਼ ਬਹੁਤ ਨੇ। ਅਸੀਂ ਰਿਮਾਂਡ ਵੀ 4 ਦਿਨ ਦਾ ਲਿੱਤਾ, ਪੁਲਿਸ ਰਿਮਾਂਡ, ਉਹਦੇ ਵਿੱਚ ਹੁਣ ਸਭ ਕੁਝ ਵੈਰੀਫਾਈ ਕਰਾਂਗੇ। ਰਿਮਾਂਡ ਘੱਟ ਹੈ ਜੀ, ਲੈ ਲਾਂਗੇ ਅੱਗੇ ਰਿਮਾਂਡ ਜਿਹੜਾ ਹੈਗਾ ਇਲੀਗਲੀ ਹੁਣ ਅਸੀਂ ਲਿੱਤਾ ਹੈ, ਉਸ ਤੋਂ ਬਾਅਦ ਇਲੀਗਲੀ ਆਕੂਪਾਈ ਕਰਨ ਦਾ ਇਹਨਾਂ ਦੇ ਉੱਤੇ ਜਿਹੜਾ ਹੈ ਕੰਪਲੇਂਟ ਦਿੱਤੀ ਸੀ, ਉਹਦੇ ਬੇਸਿਸ ਤੇ FIR ਲੌਂਚ ਹੋਈ। ਸੋ ਮਤਲਬ ਇਹਨਾਂ ਦੇ ਕਾਫੀ ਮੁਕੱਦਮੇ ਦਰਜ ਨੇ ਤੇ ਅਸੀਂ ਉਸ ਤਫਤੀਸ਼ ਨੂੰ ਜਿਹੜਾ ਹੈਗਾ ਅੱਗੇ ਅਮਲ ਦੇ ਵਿੱਚ ਲਿਆ ਰਹੇ ਹਾਂ। ਇਸ ਆਸਪੈਕਟ ਨੂੰ ਧਿਆਨ 'ਚ ਰੱਖਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ। ਹੁਣ ਤੱਕ ਕਿੰਨੇ ਪੈਸੇ ਜਿਹੜੇ ਹੈਗੇ ਠੱਗ ਚੁੱਕੇ ਨੇ? ਇਲਾਵਾ ਜੀ ਹੋਰ ਕਿਸ ਪਾਸੇ ਉਹਨਾਂ ਦਾ ਜਿਹੜਾ ਹੈਗਾ ਇਮੀਗ੍ਰੇਸ਼ਨ ਦਾ ਦਫ਼ਤਰ ਹੋਰ ਪਾਸੇ ਨਹੀਂ ਹੈਗਾ। ਇਹ ਸਾਰੀਆਂ ਚੀਜ਼ਾਂ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ, ਠੀਕ ਹੈ। ਐਜ਼ ਆਫ ਨਾਓ ਪਹਿਲਾਂ ਇਹਨਾਂ ਦਾ ਸਿਵਲ ਲਾਈਨ ਜਿਹੜਾ ਹੈਗਾ, ਇਹਦਾ ਸਿਵਲ ਲਾਈਨ ਹੁੰਦਾ ਸੀਗਾ ਦਫ਼ਤਰ, ਉਸ ਤੋਂ ਬਾਅਦ ਹੁਣ ਇਹਦਾ ਦਫ਼ਤਰ ਹੈ ਜਿਹੜਾ ਉਹ ਅਰਬਨ ਸਟੇਟ ਦੇ ਵਿੱਚ ਖੁੱਲ੍ਹਿਆ ਹੋਇਆ ਸੀਗਾ। ਤਾਂ ਹੁਣ ਇਹਦੇ ਵਿੱਚ ਇਹ ਵੀ ਗੱਲ ਧਿਆਨ ਦੇ ਵਿੱਚ ਆ ਰਹੀ ਹੈ ਕਿ ਸ਼ਾਇਦ ਇਹ ਹੋਰ ਵੀ ਕਿਤੇ ਇਹਦੇ ਆਫਿਸਿਸ ਹੈਗੇ ਨੇ। ਅਸੀਂ ਪੁਲਿਸ ਰਿਮਾਂਡ ਇਹਦਾ ਲਿੱਤਾ ਤੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਵੈਰੀਫਾਈ ਕਰ ਰਹੇ ਹਾਂ। ਕਿੰਨੇ ਪੈਸੇ ਜਿਹੜੇ ਲੋਕਾਂ ਨੂੰ ਲੈ ਚੁੱਕੇ ਸੀ, ਹੁਣ ਤੱਕ ਕਿੰਨੇ ਪੈਸੇ ਲੋਕਾਂ ਨੂੰ ਲੈ ਚੁੱਕੇ ਜੀ?
ਮੋਟੇ ਤੌਰ ਤੇ ਜਿਹੜੀ ਕੰਪਲੇਂਟਸ ਨੇ ਸਾਡੇ ਕੋਲੇ, ਜਿਵੇਂ 250 ਕੰਪਲੇਂਟਸ ਦੀ ਗੱਲ ਕਰਾਂ ਤੁਹਾਡੇ ਨਾਲ, ਤਾਂ ਉਹ ਹਰ ਕੰਪਲੇਂਟ ਦੇ ਵਿੱਚ ਜੋ ਐਲੀਗੇਸ਼ਨ ਹੈ ਮਤਲਬ ਯੈਟ ਟੂ ਬੀ ਵੈਰੀਫਾਈਡ ਕਿ ਕਿੰਨਾ ਉਹਦੇ ਵਿੱਚੋਂ ਹੈ ਨਹੀਂ ਹੈ, ਬਟ ਤਕਰੀਬਨ 50,000 ਤੋਂ ਲੈ ਕੇ 1.5-2 ਲੱਖ ਤੱਕ ਕੰਪਲੇਂਟ ਇੱਕ ਕੰਪਲੇਂਟ ਦੇ ਵਿੱਚ ਹੈ, ਤਾਂ 250 ਕੰਪਲੇਂਟਸ ਨੇ ਸਾਡੇ ਕੋਲ। ਸਰ ਇਹਦੇ ਵਿੱਚ ਇਹਦਾ ਕੋਈ ਹੋਰ ਵੀ ਸਟਾਫ ਦਾ ਕੋਈ ਇਨਵੋਲਵ ਹੈਗਾ ਵਿੱਚ? ਉਹ ਸਾਰਾ ਅਸੀਂ ਹੁਣ ਇਨਵੈਸਟੀਗੇਸ਼ਨ 'ਚ ਵੈਰੀਫਾਈ ਕਰਾਂਗੇ। ਅਕਸਰ ਬਹੁਤ ਚਿਰ ਤੋਂ ਹੀ ਚੱਲ ਰਿਹਾ, ਕਾਫੀ ਸ਼ਾਇਦ ਤੁਹਾਡੀ ਨੌਲੇਜ ਹੋਣਾ ਹੈ, ਮੈਨੂੰ ਬਹੁਤ ਵਧੀਆ ਤੁਸੀਂ ਇਸ ਬਾਰੇ ਇਹਨਾਂ ਨੇ ਹਿੰਮਤ ਮਾਰੀ ਹੈ। ਵੀ ਪਹਿਲੀ ਵਾਰੀ ਪਰ ਕਾਰਵਾਈ। ਲੰਬੇ ਸਮੇਂ ਤੋਂ ਚੱਲ ਰਿਹਾ ਜੀ, ਕਈ ਸਾਲਾਂ ਤੋਂ ਅਸੀਂ ਦੇਖਦੇ ਹਾਂ ਤੇ ਤੁਹਾਡੀ ਸੀਆਈਡੀ ਵੀ ਹੁੰਦੀ, ਪਰ ਉਸ ਟਾਈਮ ਇਹ ਸਾਰਾ ਕੰਪਲੇਂਟ ਤੇ ਡਿਪੈਂਡ ਕਰਦਾ ਜਾਂ ਤੁਹਾਡੀ ਆਪਣੀ ਸੀਆਈਡੀ ਤੋਂ ਵੀ ਆਪਾਂ ਬੰਦਾ ਪਹਿਲਾਂ ਚੱਕ ਸਕਦੇ? ਦੇਖੋ ਇਹਦੇ 'ਚ ਇਹ ਹੈ ਜੀ ਕਿ ਜਿਹੜਾ ਫਰਾਡ ਹੈ, ਜਿਸ ਕਿਸਮ ਦੀ ਗੱਲ ਤੁਸੀਂ ਕਹਿ ਰਹੇ ਹੋ, ਅਗਰ ਪੈਸਿਆਂ ਦਾ ਫਰਾਡ ਹੈ ਕਿਵੇਂ ਨੇਚਰ ਦਾ ਜਿਹੜਾ ਹੁੰਦਾ ਨਾਰਮਲੀ, ਠੀਕ ਹੈ, ਪਰ ਜਦੋਂ ਇੰਨੀਆਂ ਦਰਖਾਸਤਾਂ ਇਕੱਠੀਆਂ ਹੋ ਜਾਣ ਫਿਰ ਤਾਂ ਠੱਗੀ ਦਾ ਮਤਲਬ ਇੱਕ ਆਰਗੇਨਾਈਜ਼ਡ ਵੇ ਦੇ ਵਿੱਚ ਰੈਕਟ ਹੀ ਜਿਹੜਾ ਚੱਲ ਪਿਆ ਦਾ ਉਹ ਸਿਸਟਮ ਹੋ ਜਾਂਦਾ। ਤਾਂ ਇਹ ਪਹਿਲਾਂ ਜਿਹੜੀਆਂ ਹੈਗੀਆਂ ਨੇ ਨਾਰਮਲੀ ਇਹਨਾਂ ਦੀਆਂ ਕੰਪਲੇਂਟਸ ਆਉਂਦੀਆਂ ਹੋਣਗੀਆਂ, ਆਈ ਐਮ ਨਾਟ ਅਵੇਅਰ, ਠੀਕ ਹੈ। ਮੇਰੇ ਕੋਲ ਤਾਂ ਹੁਣ ਅਸੀਂ ਰੀਸੈਂਟਲੀ FIR ਲੌਂਚ ਕੀਤੀਆਂ ਨੇ। ਅਸੀਂ ਮੀਡੀਆ ਦੇ ਵਿੱਚ ਕੋਈ ਸ਼ਬਦ ਆ ਰਿਹਾ, ਖਬਰਾਂ ਛਪਦੀਆਂ ਨੇ, ਸ਼ਾਇਦ ਉਹ ਸਾਰਾ ਮੀਡੀਆ ਖੜਾ ਹੈ ਜੀ। ਤਾਂ ਉਹਦੇ ਵਿੱਚ ਇਹ ਦਿੱਕਤ ਆਉਂਦੀ ਹੈ ਕਿ ਜਿੱਦਾਂ ਅੱਜ ਚਲੋ ਬਹੁਤ ਵਧੀਆ ਅਸੀਂ ਸਾਰਿਆਂ ਨੂੰ ਮਤਲਬ ਗੁੱਡ ਲੱਗਾ ਕਿ ਕਿਉਂਕਿ ਬਹੁਤ ਲੋਕ ਸਾਡੇ ਕੋਲ ਆਉਂਦੇ ਸੀ ਜਿਹੜੇ ਮਤਲਬ ਆਪਣਾ ਸਾਰਾ ਕੁਝ ਗਵਾ ਚੁੱਕੇ ਨੇ ਜੀ। ਤੇ ਇਹਨਾਂ ਬੰਦਿਆਂ ਨੂੰ ਕੋਈ ਪਰਵਾਹ ਨਹੀਂ ਹੁੰਦੀ, ਪਰ ਉਸਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਦੀ ਕਮਜ਼ੋਰੀ ਜਾਂ ਕਮੀ ਹੈ ਕਿ ਬੰਦੇ ਸ਼ੁਰੂ ਤੋਂ ਆਪਾਂ ਨੂੰ ਟਾਈਮ ਮਿਲ ਗਿਆ 4-5 ਸਾਲ ਉਹਨਾਂ ਨੇ ਪੂਰੀ ਆਪਣੀ ਮੌਜ ਮਸਤੀ ਕੀਤੀ। ਹੁਣ ਵੀ ਪਟਿਆਲੇ ਦੇ ਵਿੱਚ ਬਹੁਤ ਸਾਰੇ ਇਮੀਗ੍ਰੇਸ਼ਨ ਨੇ, ਥੋੜੇ ਦਿਨ ਪਹਿਲਾਂ ਵੀ ਮਸਲਾ ਹੋਇਆ, ਤੁਹਾਡੀ ਰਿਪੋਰਟ ਵੀ ਤੁਹਾਡੇ ਕੋਲ ਵੀ ਪਹੁੰਚੀਆਂ ਹੋਣਗੀਆਂ, ਪਰ ਉਹ ਐਕਸ਼ਨ ਉਦੋਂ ਹੁੰਦਾ ਜਦੋਂ ਸਾਰਾ ਕੰਮ ਨਿਬੜ ਜਾਂਦਾ। ਦੇਖੋ ਜੀ ਇਹ ਚੀਜ਼ ਹੈ ਕਿ ਆਪਣਾ ਜਿਹੜਾ ਹੈਗਾ ਇਹਨੇ ਲਾਇਸੈਂਸ ਆਪਣੇ ਮੈਂਬਰ ਹੀ ਕਰਦੇ ਨੇ, ਬਣਵਾਉਂਦੇ ਨੇ ਕਿ ਆਪਣੇ ਇਮੀਗ੍ਰੇਸ਼ਨ ਸੈਂਟਰ ਨੇ ਕੰਮ ਕਰਦੇ ਨੇ। ਇਹ ਕੋਈ ਆਈ ਨਹੀਂ ਹੈ ਕੋਈ ਬਾਰ ਚੀਜ਼ ਹੈ ਇਹ ਨਹੀਂ ਖੁੱਲ੍ਹ ਸਕਦੀ ਜਾਂ ਇਹ ਗਲਤ ਖੁੱਲ੍ਹਦੇ ਨੇ। ਪੰਜਾਬ ਦੇ ਵਿੱਚ ਤੁਸੀਂ ਆਪ ਹੀ ਦੇਖੋਗੇ ਜੋ ਸਟੂਡੈਂਟਸ ਦਾ ਜਿੰਨਾ ਝੁਕਾਓ ਹੈਗਾ ਬਾਹਰ ਜਾਣ ਦਾ, ਤਾਂ ਉਹਦੇ ਬੇਸਿਸ ਤੇ ਰਿਕੁਆਇਰਮੈਂਟ ਬੇਸ ਤੇ ਚੱਲਦੇ ਨੇ, ਉਹਦੇ ਬੇਸਿਸ ਤੇ ਇਹ ਇਮੀਗ੍ਰੇਸ਼ਨ ਸੈਂਟਰ ਓਪਨ ਅਪ ਹੋਏਗਾ। ਹੁਣ ਉਹ ਲੋਕਾਂ ਦੀ ਜਿਹੜੀ ਬਾਹਰ ਜਾਣ ਦੀ ਇੱਛਾ ਹੈ, ਜੋ ਕੁਝ ਵੀ ਕਰਕੇ ਬਾਹਰ ਜਾਣਾ ਹੈ, ਉਹਦਾ ਫਾਇਦਾ ਉਠਾਉਂਦੇ ਹੋਏ ਜਿਹੜੇ ਕੁਝ ਬੰਦੇ ਨੇ ਉਹ ਉਸ ਤਰੀਕੇ ਨਾਲ ਠੱਗਣਾ ਵੀ ਸ਼ੁਰੂ ਕਰ ਦਿੰਦੇ ਨੇ, ਠੀਕ ਹੈ ਜੀ। ਤਾਂ ਹੁਣ ਇਸ ਚੀਜ਼ ਦੇ ਵਿੱਚ ਜੇ ਕੌਣ ਸੈਂਟਰ ਦੇ ਵਿੱਚ ਬੰਦਾ ਠੱਗ ਰਿਹਾ ਹੈ ਜਾਂ ਬਾਹਰ ਭੇਜ ਰਿਹਾ ਹੈ, ਠੀਕ ਹੈ, ਇਹ ਚੀਜ਼ ਦਾ ਜਦੋਂ ਦਰਖਾਸਤੀ ਸਾਡੇ ਕੋਲ ਆਏਗਾ, ਜਦੋਂ ਕਿਸੇ ਨੇ ਕੰਪਲੇਂਟ ਪੁਲਿਸ ਨੂੰ ਆ ਕੇ ਦੇਣੀ ਹੈ ਕਿ ਮੇਰੇ ਨਾਲ ਕੋਈ ਠੱਗੀ ਹੋ ਰਹੀ ਹੈ ਜਾਂ ਕੋਈ ਦਿੱਕਤ ਆਈ ਹੈ, ਉਦੋਂ ਹੀ ਪੁਲਿਸ ਨੇ ਹਰਕਤ ਦੇ ਵਿੱਚ ਆਉਣਾ ਉਸ ਚੀਜ਼ ਨੂੰ ਲੈ ਕੇ ਤੁਹਾਨੂੰ, ਠੀਕ ਹੈ। ਕੰਪਲੇਂਟ ਤੋਂ ਬਿਨਾਂ ਤਾਂ ਆਪਾਂ ਜਿਹੜਾ ਹੈਗਾ ਤੇ ਐਕਸ਼ਨ ਨਹੀਂ ਲੈ ਸਕਦੇ। ਸਾਰੇ ਇਹਨਾਂ ਦੇ ਲਾਇਸੈਂਸ ਨਹੀਂ ਚੈੱਕ ਕੀਤੇ ਜਾਂਦੇ? ਅਲੱਗ-ਅਲੱਗ ਦੇ ਵਿੱਚ ਹੈ ਜੀ, ਕਈਆਂ ਦੇ ਵਿੱਚ ਤਾਂ ਇਹ ਹੈ ਕਿ ਸਾਨੂੰ ਹਜੇ ਸਾਡੇ ਜਿਹੜੇ ਪੈਸੇ ਲੈ ਲਏ ਸੀ ਕਿ ਹਜੇ ਸਾਡੀਆਂ ਫਾਈਲਸ ਪ੍ਰੋਸੈਸ ਨਹੀਂ ਹੋਈਆਂ ਪ੍ਰੋਪਰ, ਕੋਈ ਹੋਇਆ ਨਹੀਂ ਕਿ ਸਿਰਫ ਹਵਾ ਦੇ ਵਿੱਚ ਹੀ ਹੈ। ਇਸ ਤੇ ਕਰ ਰਹੇ ਹਾਂ ਜੀ। ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਇਹਨਾਂ ਦਾ ਜਿਹੜਾ ਹੈਗਾ ਨਾ ਅਲੱਗ-ਅਲੱਗ ਇਹਨਾਂ ਨੇ ਐਂਗਲ ਦੇ ਉੱਤੇ ਆਫਰ ਕੋਈ ਇੱਕ ਨਹੀਂ ਸੀਗਾ। ਸਟੂਡੈਂਟ ਵੀਜ਼ਾ ਵੀ ਦਿਖਾਇਆ ਇਹਨਾਂ ਨੇ, ਕਾਲਜਿਸ ਦੇ ਵਿੱਚ ਐਡਮਿਸ਼ਨਸ ਦੀ ਗੱਲ ਵੀ ਹੋਈ ਹੈ, ਤਾਂ ਉਹ ਸਾਡੀਆਂ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਜੋ ਪੁੱਛ ਰਹੇ ਆ ਉਹ ਚੀਜ਼ਾਂ ਆ ਰਹੀਆਂ ਨੇ। ਬਾਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਜਿਹੜੇ ਕੰਪਲੇਂਟਸ ਦਾ ਕੁਆਂਟਮ ਬਹੁਤ ਹੈ, 250 ਦੇ ਅਰਾਊਂਡ ਕੰਪਲੇਂਟਸ ਨੇ, ਉਹ ਸਾਰੀਆਂ ਨੂੰ ਅਸੀਂ ਸਟੱਡੀ ਕਰ ਰਹੇ ਹਾਂ। ਉਹ ਤਾਂ ਸਾਰੇ ਅਲੱਗ-ਅਲੱਗ ਤਰੀਕੇ ਨਾਲ ਕੀਤਾ ਹੋਇਆ ਹੈ। ਲੀਲਾ ਭਵਨ ਕੇਸ ਦੇ ਵਿੱਚ ਡੋਂਕੀ ਦਾ ਸਾਥ ਉਹਨਾਂ ਨੇ ਕਿਹਾ ਸੀ ਸਾਨੂੰ ਡੋਂਕੀ ਵਾਲੇ ਤਰੀਕੇ ਨਾਲ ਅਮਰੀਕਾ ਭੇਜਿਆ ਜਾ ਰਿਹਾ, ਉਹਦਾ ਹੈਗਾ ਵੀ ਸਾਹਮਣੇ ਤੱਥ ਆਇਆ ਹੋਵੇ। ਦੇਖੋ ਮੈਂ ਲੀਲਾ ਭਵਨ ਵਾਲਾ ਕੇਸ ਨਹੀਂ, ਮੈਂ 62 ਸਬ ਡਿਵੀਜ਼ਨ ਹੈ ਮੇਰੇ ਕੋਲ ਜੀ, ਤੇ ਉਹਦੇ ਵਿੱਚ ਜਿਹੜਾ ਹੈਗਾ ਅਰਬਨ ਸਟੇਟ ਪੁਲਿਸ ਸਟੇਸ਼ਨ ਦੇ ਕੇਸ ਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ। ਲੀਲਾ ਭਵਨ ਦੇ ਕੇਸ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਉਸ ਕੇਸ ਦੇ ਵਿੱਚ ਕਦੋਂ ਦਾ ਲੌਜ ਹੈ ਜਾਂ ਕੀ ਚੀਜ਼ ਹੈ। ਤੁਸੀਂ ਮੇਰੇ ਧਿਆਨ 'ਚ ਲਿਆਂਦਾ ਹੈ, ਅਸੀਂ ਉਸ ਚੀਜ਼ ਨੂੰ ਇਹਦੇ ਵਿੱਚ ਵਿਚਾਰ। ਸਰ ਜਿਹੜੀਆਂ ਐਪਲੀਕੇਸ਼ਨ ਆਈਆਂ ਨੇ 250 ਦੇ ਵਿੱਚ ਵੀ ਡੌਂਕੀ ਦੀ ਕੋਈ ਐਪਲੀਕੇਸ਼ਨ ਆਈ ਹੈ ਵੀ ਡੌਂਕੀ ਥਰੂ ਭੇਜਦੇ ਸੀਗੇ ਜੀ ਵਾਪਸ? ਹਜੇ ਤੱਕ ਕੋਈ ਇਹੋ ਜਿਹੀ ਗੱਲ ਨਹੀਂ ਆਈ ਹੈਗੀ। ਜਿਹੜੀ ਚੀਜ਼ ਹੈਗੀ ਅਸੀਂ ਉਹਨਾਂ ਨੂੰ ਵੀ ਮੈਂ ਤੁਹਾਨੂੰ ਵੀ ਦੱਸ ਰਿਹਾ ਕਿ ਕੰਪਲੇਂਟਸ ਬਲਕ ਦੇ ਵਿੱਚ ਉਹਦਾ ਵੀ ਹੁਣੇ ਸ਼ੁਰੂ ਹੋਈਆਂ ਸਰ। ਵੀ ਵਰ ਬਿਜ਼ੀ ਇਨ ਇਲੈਕਸ਼ਨ ਆਲਸੋ, ਉਸ ਤੋਂ ਬਾਅਦ ਮੈਂ ਰੀਸੈਂਟਲੀ ਸਾਨੂੰ ਕਹਿ ਲਓ 1 ਮਹੀਨੇ ਦੇ ਵਿੱਚ ਤਕਰੀਬਨ ਬਹੁਤ ਸਾਰੀਆਂ ਕੰਪਲੇਂਟਸ ਨੇ ਜਿਹੜੀਆਂ ਹੰਡਰਡ ਆਫ ਕੰਪਲੇਂਟਸ ਹੈਵ ਬੀਨ ਰਿਸੀਵ। ਤਾਂ ਉਹ ਜਿਹੜੀਆਂ ਕੰਪਲੇਂਟਸ ਆਈਆਂ ਨੇ ਉਹਨਾਂ ਨੂੰ ਦੇਖਦੇ ਹੋਏ, ਇਸ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਆਪਣੀ ਟੀਮਸ ਐਕਟਿਵ ਕੀਤੀਆਂ ਤੇ ਇਸ ਬੰਦਾ ਇਹ ਜਿਹੜਾ ਉਹਨੇ ਨਹੀਂ ਪਾਇਆ ਜਾ ਰਿਹਾ ਸੀਗਾ, ਆਸੇ ਪਾਸੇ ਕਿਤੇ ਲੁਕਿਆ ਛਿਪਿਆ ਸੀਗਾ, ਉਹਨੂੰ ਅਸੀਂ ਕਵਰ ਕਰ ਰਹੇ ਹਾਂ। ਸਰ ਇੱਕ 2018 ਤੋਂ ਇਹਦੇ ਪਰਚੇ ਦਰਜ ਹੁੰਦੇ ਆ ਰਹੇ ਨੇ, ਪਰ ਗ੍ਰਿਫਤਾਰੀ ਦੀ ਹੋਈ ਹੈ ਸਰ। ਐਂ ਲੱਗਦਾ ਕਿ ਨਹੀਂ, ਮੈਂ ਜੇ ਤੁਹਾਨੂੰ ਦੱਸੂਗਾ ਕਿ ਮੈਂ ਆਪਣੀ ਗੱਲ ਦੱਸ ਸਕਦਾ ਵੀ ਕਿ ਅਰਬਨ ਸਟੇਟ ਦੇ ਵਿੱਚ ਦਸੰਬਰ 2021 ਦੇ ਵਿੱਚ ਇੱਕ FIR ਲੌਂਚ ਹੋਈ ਹੈ, ਐਂਡ ਦਸੰਬਰ 23 ਦਸੰਬਰ ਦੇ ਵਿੱਚ। ਦੂਸਰੀ FIR ਜਿਹੜੀ ਸਾਡੇ ਕੋਲ ਲੌਂਚ ਹੋ ਰਹੀ ਹੈ, ਪਹਿਲੀ FIR ਲੌਂਚ ਹੋਈ ਹੈ ਇਹਨਾਂ ਦੀ ਕਿ ਆਪਣਾ ਜਿਹੜਾ ਇਹਨਾਂ ਨੇ ਪ੍ਰੀਮਾਈਸਿਸ ਲਿੱਤਾ ਹੋਇਆ ਫੇਜ਼ 2 ਦੇ ਵਿੱਚ, ਉਹਦੇ ਵਿੱਚ ਲੀਗਲੀ ਆਕੂਪਾਈ ਕੀਤਾ ਹੋਇਆ। ਸੈਕੰਡ FIR ਜਿਹੜੀ ਲੌਂਚ ਹੋਈ ਹੈ ਉਹ ਹੋਈ ਹੈ ਸਾਡੀ 19 ਅਪ੍ਰੈਲ 2022 ਤੋਂ। ਅੱਜ ਆਪਾਂ ਜੂਨ ਦੇ ਵਿੱਚ ਹੀ ਆ, 15 ਜੂਨ ਨੂੰ ਹੀ ਹੈਗੇ ਆ। ਮੇਰੇ ਕੋਲ ਤਾਂ ਮਤਲਬ ਕੁਝ ਕੁ ਮਹੀਨਿਆਂ ਦੀ ਗੱਲ ਹੀ ਕਹੂੰਗਾ ਵੀ ਸਾਡੇ ਕੋਲ ਤਾਂ ਲੌਂਚ ਹੋਈ, ਅਸੀਂ ਇਮੀਡੀਏਟਲੀ ਅਰੈਸਟ ਕਰ ਲਏ। ਉਹਨਾਂ ਚਿਰ ਭੱਜਿਆ ਵੀ ਹੋਇਆ ਸੀ ਜਦੋਂ ਸਾਡੇ ਕੋਲ FIR ਲੌਂਚ ਹੋਈ ਹੈ, ਠੀਕ ਹੈ। ਤੋਂ ਇਹ ਜਿਹੜੀ ਹਜੇ ਤੱਕ ਨਹੀਂ ਸਰਫੇਸ ਹੋਇਆ ਜੀ ਇਸ ਚੀਜ਼ ਬਾਰੇ, ਉਹਦੀ ਕੋਈ ਹਜੇ ਤੱਕ ਸਾਡੇ ਕੋਲ ਆਈ ਨਹੀਂ ਹੈ, ਬਟ ਦੇਖਦੇ ਹਾਂ ਉਹਨਾਂ ਨੂੰ। ਬਾਕੀ ਜਿਹੜੇ ਥਾਣੇ ਨੇ ਜਿਹੜੇ ਜਿਸ ਤਰ੍ਹਾਂ ਸਿਵਲ ਲਾਈਨ ਹੈ ਜਾਂ ਫਤਿਹਗੜ੍ਹ ਹੈ ਜਾਂ ਖੰਨਾ ਹੈ,
ਅਸੀਂ ਉਹਨਾਂ ਹਾਂ ਸਰ ਦੱਸ ਦਿਓ ਅਸੀਂ ਪ੍ਰੈਸ ਕਾਨਫਰੰਸ ਬਾਰੇ ਰੋਲਾ ਨਾ ਨੂੰ ਦਰਜ ਕੀਤਾ ਜੀ। ਐਕਚੁਅਲੀ ਸਾਡੇ ਕੋਲ ਇੱਕ FIR ਸੀਗੀਆਂ ਜੀ 2 ਲੌਜ FIR 225 ਐਂਡ FIR 42 ਜਿਹੜੀਆਂ ਹੈਗੀਆਂ ਸੀਗੀਆਂ 225 2021 ਦੀ ਹੈ ਦਸੰਬਰ ਦੀ। ਇਹਦੇ ਵਿੱਚ 406 420 465 68 71 ਐਂਡ 120 ਵੀ IPC ਦੇ ਅੰਡਰ ਐਂਡ FIR ਨੰਬਰ 42 ਹੈ ਜੋ ਉਹ ਆਪਣੀ 2022 ਦੀ ਹੈ ਅਪ੍ਰੈਲ ਦੀ ਹੈ। ਇਹਦੇ ਵਿੱਚ 420 406 120 ਵੀ IPC ਇਹ ਅਰਬਨ ਸਟੇਟ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਲੌਜ ਕੀਤੀਆਂ ਸੀਗੀਆਂ। ਇਸ ਤੋਂ ਇਲਾਵਾ ਵੀ ਜਿਹੜਾ ਦੋਸ਼ੀ ਗੁਰਪ੍ਰੀਤ ਸਿੰਘ ਹੈ ਇਸ ਦੇ ਖਿਲਾਫ ਸਨ of ਦੰਗਲ ਸਿੰਘ ਇਸ ਦੇ ਖਿਲਾਫ ਪਹਿਲਾਂ ਵੀ ਹੋਰ ਥਾਣਿਆਂ ਦੇ ਵਿੱਚ ਜਿੰਨਾ ਸਾਡੇ ਕੋਲ ਹੁਣ ਤੱਕ ਸਰਫੇਸ ਹੋਇਆ ਹੈ, ਖੰਨਾ ਦੇ ਵਿੱਚ, ਆਪਣਾ ਫਤਿਹਗੜ੍ਹ ਸਾਹਿਬ ਦੇ ਵਿੱਚ, ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਵਿੱਚ, ਹਿਸਾਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਖਿਲਾਫ ਟੋਟਲ 9 FIRs ਨੇ ਇੰਕਲੂਡਿੰਗ ਅਰਬਨ ਸਟੇਟ ਲੌਜ ਨੇ। ਹੋ ਸਕਦਾ ਹੋਰ ਵੀ ਹੋਣ, ਅਸੀਂ ਹੋਰ ਵੀ ਰਿਕਾਰਡ ਵੈਰੀਫਾਈ ਕਰ ਰਹੇ ਹਾਂ। ਤਾਂ ਮੇਨ ਜਿਹੜਾ ਹੈ ਇਹਨਾਂ ਦੇ ਅਗੇਂਸਟ ਜੋ ਐਲੀਗੇਸ਼ਨਸ ਹੈਗੇ ਨੇ ਉਹ ਇੱਕ ਤਾਂ ਇਹ ਹੈ ਕਿ ਬਾਹਰ ਭੇਜਣ ਦਾ ਝਾਂਸਾ ਦੇ ਕੇ ਫੋਰਨ ਦੇ ਵਿੱਚ ਜਿਹੜਾ ਭੇਜਣ ਦਾ ਇਮੀਗ੍ਰੇਸ਼ਨ ਦਾ ਉਹਦੇ ਤਹਿਤ ਜਿਹੜੀ ਹੈਗੀ ਲੋਕਾਂ ਨਾਲ ਭੋਲੇ ਭੋਲੇ ਲੋਕਾਂ ਨਾਲ ਠੱਗੀ ਮਾਰਨ ਦਾ ਇਹਨਾਂ ਦੇ ਗੁਰਪ੍ਰੀਤ ਸਿੰਘ ਦੇ ਉੱਤੇ ਐਲੀਗੇਸ਼ਨ ਅਤੇ ਉਹਦੇ ਬੇਸਿਸ ਦੇ ਉੱਤੇ FIRs ਨੇ। ਇਹ ਜਿਹੜੀਆਂ FIRs ਨੇ ਇਹਨਾਂ ਤੋਂ ਇਲਾਵਾ ਵੀ ਸਾਡੇ ਕੋਲੇ ਅਰਾਊਂਡ 250 ਦੇ ਕਰੀਬ ਹੋਰ ਕੰਪਲੇਂਟ ਸਾਡੇ ਕੋਲੇ ਰੀਸੈਂਟਲੀ ਮਸੂਲ ਹੋਈਆਂ ਨੇ ਗੁਰਪ੍ਰੀਤ ਸਿੰਘ ਤੇ ਬਾਹਰ ਭੇਜਣ ਦਾ ਝਾਂਸਾ ਦੇ ਕੇ ਜਿਹੜਾ ਹੈਗਾ ਠੱਗੀ ਮਾਰਨ ਦੇ ਸੰਬੰਧ ਦੇ ਵਿੱਚ। ਤੇ ਇਹਦੇ ਵਿੱਚੋਂ ਜਿਹੜੀ FIR ਸਾਡੀਆਂ ਜੋ 2 ਲੌਜ ਨੇ ਇਹਦੇ ਵਿੱਚੋਂ ਇੱਕ FIR ਦੇ ਵਿੱਚ ਜਿਹੜੀ ਬਿਲਡਿੰਗ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਹੋਇਆ ਸੀਗਾ ਇਹ ਇਮੀਗ੍ਰੇਸ਼ਨ ਦਾ ਉਡਾਨ ਇਮੀਗ੍ਰੇਸ਼ਨ ਦਾ ਅਰਬਨ ਸਟੇਟ ਫੇਸ 2 ਦੇ ਵਿੱਚ ਉਹ ਬਿਲਡਿੰਗ ਦੇ ਓਨਰ ਨੇ ਵੀ ਆਪਣੀ ਜਗ੍ਹਾ ਜਿਹੜੀ ਹੈਗੀ ਹੈ ਉਹ ਇਲੀਗਲੀ ਓਕੂਪਾਈ ਕਰਨ ਦਾ ਇਹਨਾਂ ਦੇ ਉੱਤੇ ਜਿਹੜਾ ਹੈ ਕੰਪਲੇਂਟ ਦਿੱਤੀ ਸੀ ਉਹਦੇ ਬੇਸਿਸ ਤੇ FIR ਲੌਜ ਹੋਈ ਹੈ। ਸੋ ਮਤਲਬ ਇਹਨਾਂ ਦੇ ਕਾਫੀ ਮੁਕੱਦਮੇ ਦਰਜ ਨੇ ਤੇ ਅਸੀਂ ਉਸ ਤਫਤੀਸ਼ ਨੂੰ ਜਿਹੜਾ ਹੈਗਾ ਅੱਗੇ ਅਮਲ ਦੇ ਵਿੱਚ ਲਿਆ ਰਹੇ ਹਾਂ। ਇਸ ਆਸਪੈਕਟ ਨੂੰ ਧਿਆਨ 'ਚ ਰੱਖਦੇ ਹੋਏ ਇਹਨਾਂ ਨੂੰ ਅਰੈਸਟ ਕੀਤਾ। ਹੁਣ ਤੱਕ ਕਿੰਨੇ ਪੈਸੇ ਹੈਗੇ ਮੈਟਰ ਆਫ ਇਨਵੈਸਟੀਗੇਸ਼ਨ ਅਜੇ ਦਾ ਜਿਹੜਾ ਹੈਗਾ ਸਾਰਾ ਅਸੀਂ ਧਿਆਨ ਵਿੱਚ ਰੱਖਿਆ। ਸਰ ਲਾਇਸੈਂਸ ਜੇ ਕੁਝ ਬੰਦਿਆਂ ਕੋਲ ਲਾਇਸੈਂਸ ਨੇ ਬਟ ਜਿਹੜਾ ਹੈਗਾ ਇਹਨਾਂ ਦੇ ਆਫਿਸਿਸ ਜ਼ਿਆਦਾ ਨੇ ਕਿ ਉਸ ਚੀਜ਼ ਦੇ ਉੱਤੇ ਵੀ ਕਾਰਵਾਈ ਕਰੋਗੇ ਸਰ? ਜਿਸ ਤਰ੍ਹਾਂ ਕੋਈ 5 ਤੋਂ 7 ਲਾਇਸੈਂਸ ਦਿੱਤੇ ਹੁੰਦੇ ਨੇ ਜੀ ਉਸ ਤੋਂ ਇਲਾਵਾ ਇਹਨਾਂ ਨੇ 20 40 ਦਫ਼ਤਰ ਹੁੰਦੇ ਨੇ ਜਿਨ੍ਹਾਂ ਦੇ ਲੱਗ ਠੀਕ ਹੈ। ਉਹਦੇ ਉੱਤੇ ਕੋਈ ਕਾਰਵਾਈ ਬਿਲਕੁਲ ਕਰਾਂਗੇ ਜੀ, ਬਿਲਕੁਲ ਕਰਾਂਗੇ। ਜੇ ਇਹ ਚੀਜ਼ ਹੋਏਗਾ ਤਾਂ ਹਿਊਮਨ ਟ੍ਰੈਫਿਕਿੰਗ ਐਕਟ ਦੇ ਅੰਡਰ ਵੀ ਕਾਰਵਾਈ ਕੀਤੀ ਜਾਊਗੀ। ਉਹ ਸਾਰਾ ਜੇ ਇਹਨਾਂ ਦੇ ਲੌਜਿਕ ਮਤਲਬ ਲੀਗਲ ਇਹ ਚੀਜ਼ਾਂ ਨਾ ਪਾਈਆਂ ਗਈਆਂ ਇਹਨਾਂ ਦੇ ਆਫਿਸ ਤਾਂ ਉਸ ਅਕੋਰਡਿੰਗਲੀ ਉਹ ਸੰਬੰਧਿਤ ਸੈਕਸ਼ਨਸ ਦੇ ਵਿੱਚ ਤੇ ਸੰਬੰਧਿਤ ਜਿਹੜੇ ਐਕਟਸ ਨੇ ਸਪੈਸ਼ਲ ਐਕਟ ਉਹਨਾਂ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਧਾਰਾਵਾਂ ਦਾ ਵਾਧਾ ਕਰਕੇ ਕਾਰਵਾਈ ਕਰਾਂਗੇ। ਇਹ ਨਾ ਅਕਸਰ ਲੋਕਾਂ ਦੀਆਂ ਪਾਸਪੋਰਟ ਤੇ ਡਾਕੂਮੈਂਟ ਰੱਖ ਲੈਂਦੇ ਆ, ਬੈਂਕ ਖਾਤਾ ਵੀ ਆਪ ਖੁਲਵਾਉਂਦੇ ਆ, ਚੈੱਕ ਵੀ ਆਪ ਇਸ਼ੂ ਕਰਾਉਂਦੇ ਆ। ਬੈਂਕ ਦੀ ਕੋਈ ਐਜੋ ਅਥਾਰਟੀ ਨਹੀਂ ਹੈ ਕਿ ਚੈੱਕ ਬੁੱਕ ਤੁਹਾਡੀ ਹੋਵੇ ਸਾਰਾ ਕੁਝ ਇਹ ਕਰਾ ਇਹ ਸਾਰਾ ਕੁਝ ਵੈਰੀਫਾਈ ਕਰਾਂਗੇ ਜੀ। ਸਰ ਲਾਇਸੈਂਸ ਇਹਨਾਂ ਦੇ ਨਾਮ ਤੇ ਸੀ ਕਿਉਂਕਿ 3-4 ਇਹਨਾਂ ਲੈਣ ਸਾਡੀ ਨੌਲੇਜ ਹੈ ਕਿ ਲਾਇਸੈਂਸ ਇਹਦੇ ਨਾਮ ਆਪਣੇ ਨਾਮ ਤੇ ਨਹੀਂ ਹੈਗੇ। ਕੁਝ ਕੰਮ ਕਰਨ ਵਾਲੇ ਬੰਦੇ ਨੇ ਜਿਹੜੇ ਉਹਨਾਂ ਦੇ ਨਾਮ ਤੇ ਨੇ ਉਹ ਵਿਚਾਰਿਆਂ ਨੂੰ ਪਤਾ ਵੀ ਨਹੀਂ ਕਈਆਂ ਨੂੰ। ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਹਜੇ ਕੰਪਲੇਂਟਸ ਬਹੁਤ ਨੇ, ਇਸ਼ੂਜ਼ ਬਹੁਤ ਨੇ। ਅਸੀਂ ਰਿਮਾਂਡ ਵੀ 4 ਦਿਨ ਦਾ ਲਿੱਤਾ ਪੁਲਿਸ ਰਿਮਾਂਡ, ਉਹਦੇ ਵਿੱਚ ਹੁਣ ਸਭ ਕੁਝ ਵੈਰੀਫਾਈ ਕਰ ਰਹੇ ਹਾਂ। ਰਿਮਾਂਡ ਘੱਟ ਹੈ ਹਾਂਜੀ ਲੈ ਲਾਂਗੇ ਅੱਗੇ ਰਿਮਾਂਡ ਜਿਸ ਤਰ੍ਹਾਂ ਤੁਸੀਂ ਹੁਣ ਦੱਸ ਰਹੇ ਹੋ ਹਸਪੀਟਲ ਦੀ, ਠੀਕ ਹੈ, ਜਾਂ ਕੋਈ ਹੋਰ ਗੱਲ ਕਰ ਰਿਹਾ, ਸਾਨੂੰ ਰੈਗੂਲਰ ਕਾਲਸ ਮਸੂਲ ਹੋ ਰਹੀਆਂ ਨੇ। ਜਦੋਂ ਅਸੀਂ ਅਰੈਸਟ ਕੀਤਾ ਹੈ, ਪਰਸੋਂ ਅਰੈਸਟ ਪਾਈ ਹੈ, ਉਸ ਤੋਂ ਬਾਅਦ ਸਾਨੂੰ ਲਗਾਤਾਰ ਇਸ ਤਰੀਕੇ ਦਾ ਕਿ ਇਹ ਪ੍ਰਾਪਰਟੀ ਹੈ ਉਹ ਪ੍ਰਾਪਰਟੀ, ਕਈ ਚੀਜ਼ਾਂ ਹਜੇ ਤੱਕ ਸਾਡੇ ਤੱਕ ਨਹੀਂ ਪਹੁੰਚੀਆਂ ਸੀਗੀਆਂ। ਹੁਣ ਤੁਹਾਡੇ ਮਾਧਿਅਮ ਤੇ ਦੇ ਥਰੂ ਵੀ ਔਰ ਇਹ ਹੋਰ ਜਿੰਨੇ ਵੀ ਕੰਪਲੇਨੈਂਟਸ ਨੇ ਸਾਡੇ ਕੋਲ ਹੋਰ ਬਹੁਤ ਆ ਰਹੇ ਨੇ। ਉਹਦੇ ਬੇਸਿਸ ਦੇ ਉੱਤੇ ਪਹਿਲੀ ਗੱਲ ਤਾਂ ਜਿੰਨੀਆਂ ਸਾਨੂੰ ਹੁਣ ਇਨਫੋਰਮੇਸ਼ਨ ਮਿਲੂਗੀ ਉਹਦੇ ਬੇਸਿਸ ਦੇ ਉੱਤੇ ਅਸੀਂ ਉਹ ਸਾਰੇ ਐਂਗਲਸ ਐਕਸਪਲੋਰ ਕਰਾਂਗੇ। ਠੀਕ ਹੈ, ਐਂਡ ਉਹ ਜਿਹੜਾ ਵੀ ਇਹਦਾ ਕੰਕਲੂਜਨ ਹੋਏਗਾ, ਠੀਕ ਹੈ, ਉਹ ਸਾਰਾ ਲੌਜੀਕਲ ਐਂਡ ਤੇ ਅਸੀਂ ਲੈ ਕੇ ਜਾਵਾਂਗੇ। ਪ੍ਰਾਪਰਟੀ ਅਟੈਚ ਹੋਣੀ ਆ ਤਾਂ ਉਹ ਵੀ ਹੋਏਗੀ। ਠੀਕ ਹੈ, ਉਹ ਸਾਰਾ ਕੋਰਟ ਦਾ ਪ੍ਰੋਸੀਜਰ ਹੈ ਜੀ, ਉਹ ਲਿਆ ਜਾਏਗਾ। ਪਾਰਟਨਰ ਕੌਣ ਸੀ ਸਰ ਉਹਦੇ ਵੀ ਉਹ ਸਾਰਾ ਅਸੀਂ ਕਰਾਂਗੇ ਜੀ। ਐਵਰੀਬਡੀ, ਠੀਕ ਹੈ ਨਾ, ਹਰ ਜਿਹੜਾ ਵੀ ਬੰਦਾ ਇਹਦੇ ਵਿੱਚ ਇਨਵੋਲਵ ਹੈ ਉਹ ਹਰ ਵਿਲ ਬੀ ਬੁੱਕ। ਜਿਹੜੇ ਪੈਸੇ ਆਪਣੇ ਤੁਹਾਡੇ ਕੋਲ ਵੀ ਪਹੁੰਚੀਆਂ ਹੋਣਗੀਆਂ ਪਰ ਐਕਸ਼ਨ ਉਦੋਂ ਹੁੰਦਾ ਜਦੋਂ ਸਾਰਾ ਕੰਮ ਨਿਬੜ ਜਾਂਦਾ। ਦੇਖੋ ਜੀ, ਇਹ ਚੀਜ਼ ਹੈ ਕਿ ਆਪਣਾ ਜਿਹੜਾ ਹੈਗਾ ਇਹਨੇ ਲਾਇਸੈਂਸ ਆਪਣੇ ਲੈਂਦੇ ਨੇ, ਕਰਦੇ ਨੇ, ਬਣਵਾਉਂਦੇ ਨੇ ਤੇ ਆਪਣੇ ਇਮੀਗ੍ਰੇਸ਼ਨ ਸੈਂਟਰਸ ਓਪਨ ਕਰਦੇ ਨੇ। ਇਹ ਕੋਈ ਆਈ ਨਹੀਂ ਹੈ, ਕੋਈ ਬਾਰ ਚੀਜ਼ ਹੈ ਵੀ ਇਹ ਨਹੀਂ ਖੁੱਲ੍ਹ ਸਕਦੀ ਜਾਂ ਇਹ ਗਲਤ ਖੁੱਲ੍ਹਦੇ ਨੇ। ਪੰਜਾਬ ਦੇ ਵਿੱਚ ਤੁਸੀਂ ਆਪ ਹੀ ਦੇਖੋਗੇ ਜੋ ਸਟੂਡੈਂਟਸ ਦਾ ਜਿੰਨਾ ਝੁਕਾਓ ਹੈਗਾ ਬਾਹਰ ਜਾਣ ਦਾ, ਤਾਂ ਉਹਦੇ ਬੇਸਿਸ ਤੇ ਰਿਕੁਆਇਰਮੈਂਟ ਬੇਸ ਤੇ ਚੀਜ਼ਾਂ ਚੱਲਦੀਆਂ ਨੇ। ਉਹਦੇ ਬੇਸਿਸ ਤੇ ਇਹ ਇਮੀਗ੍ਰੇਸ਼ਨ ਸੈਂਟਰ ਓਪਨ ਅਪ ਹੋਏ ਹੋਏ ਨੇ। ਹੁਣ ਉਹ ਲੋਕਾਂ ਦੀ ਜਿਹੜੀ ਬਾਹਰ ਜਾਣ ਦੀ ਇੱਛਾ ਹੈ ਵੀ ਕੁਝ ਵੀ ਕਰਕੇ ਬਾਹਰ ਜਾਣਾ ਹੈ, ਉਹਦਾ ਫਾਇਦਾ ਉਠਾਉਂਦੇ ਹੋਏ ਜਿਹੜੇ ਕੁਝ ਬੰਦੇ ਨੇ ਉਹ ਉਸ ਤਰੀਕੇ ਨਾਲ ਠੱਗਣਾ ਵੀ ਸ਼ੁਰੂ ਕਰ ਦਿੰਦੇ ਨੇ। ਠੀਕ ਹੈ ਜੀ, ਤਾਂ ਹੁਣ ਇਸ ਚੀਜ਼ ਦੇ ਵਿੱਚ ਜੇ ਕੌਣ ਸੈਂਟਰ ਦੇ ਵਿੱਚ ਬੰਦਾ ਠੱਗ ਰਿਹਾ ਹੈ ਜਾਂ ਬਾਹਰ ਭੇਜ ਰਿਹਾ ਹੈ, ਠੀਕ ਹੈ, ਇਹ ਚੀਜ਼ ਤਾਂ ਜਦੋਂ ਦਰਖਾਸਤੀ ਸਾਡੇ ਕੋਲੇ ਆਏਗਾ, ਜਦੋਂ ਕਿਸੇ ਨੇ ਕੰਪਲੇਂਟ ਪੁਲਿਸ ਨੂੰ ਆ ਕੇ ਦੇਣੀ ਹੈ ਕਿ ਮੇਰੇ ਨਾਲ ਕੋਈ ਠੱਗੀ ਹੋ ਰਹੀ ਹੈ ਜਾਂ ਕੋਈ ਦਿੱਕਤ ਆਈ ਹੈ, ਉਦੋਂ ਹੀ ਪੁਲਿਸ ਨੇ ਹਰਕਤ ਦੇ ਵਿੱਚ ਆਉਣਾ ਉਸ ਚੀਜ਼ ਨੂੰ ਲੈ ਕੇ। ਤਾਂ ਜੀ ਠੀਕ ਹੈ, ਕੰਪਲੇਂਟ ਤੋਂ ਬਿਨਾਂ ਤਾਂ ਆਪਾਂ ਜਿਹੜਾ ਹੈਗਾ ਇਹਦੇ 'ਤੇ ਐਕਸ਼ਨ ਨਹੀਂ ਲੈ ਸਕਦੇ।
ਸਰ ਜਿਹੜੀਆਂ ਕੰਪਲੇਂਟਾਂ ਆਈਆਂ ਨੇ ਸਰ ਉਹ ਫੇਕ ਹੀ ਸੀਗਾ, ਬਾਹਰ ਬੱਚੇ ਸਟੂਡੈਂਟ ਵੀਜ਼ਾ ਭੇਜਦੇ ਸੀ, ਟੂਰਿਸਟ ਭੇਜਦੇ ਸੀ, ਕਿਵੇਂ ਭੇਜਦੇ ਸੀ ਸਰ? ਅਲੱਗ-ਅਲੱਗ ਦੇ ਵਿੱਚ ਹੈ ਜੀ। ਕਈਆਂ ਦੇ ਵਿੱਚ ਤਾਂ ਇਹੀ ਹੈ ਕਿ ਸਾਨੂੰ ਹਜੇ ਸਾਡੇ ਜਿਹੜੇ ਪੈਸੇ ਲੈ ਲਏ ਸੀ ਕਿ ਹਜੇ ਸਾਡੀਆਂ ਫਾਈਲਸ ਪ੍ਰੋਸੈਸ ਨਹੀਂ ਹੋਈਆਂ ਪ੍ਰੋਪਰ, ਕੋਈ ਹੋਇਆ ਨਹੀਂ ਵੀ ਸਿਰਫ ਹਵਾ ਦੇ ਵਿੱਚ ਹੀ ਹੈ। ਨਹੀਂ ਸਰ ਉਹ ਪਤਾ ਹੁੰਦਾ ਜਿਵੇਂ ਮੈਂ ਕੋਈ ਪ੍ਰੋਸੈਸ ਕਰ ਰਿਹਾ, ਕੋਈ ਫਾਈਨਲ ਪ੍ਰੋਸੈਸ ਕਰ ਰਿਹਾ, ਕਿਸ ਬੇਸ ਤੇ ਕਰ ਰਿਹਾ ਜੀ? ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿ ਇਹਨਾਂ ਦਾ ਜਿਹੜਾ ਹੈਗਾ ਨਾ ਅਲੱਗ-ਅਲੱਗ ਇਹਨਾਂ ਨੇ ਐਂਗਲ ਦੇ ਉੱਤੇ ਕੀਤਾ ਹੈ, ਇਸ ਕੋਈ ਇੱਕ ਨਹੀਂ ਸੀਗਾ। ਸਟੂਡੈਂਟ ਵੀਜ਼ਾ ਵੀ ਦਿਖਾਇਆ ਇਹਨਾਂ ਨੇ, ਕਾਲਜਿਸ ਦੇ ਵਿੱਚ ਐਡਮਿਸ਼ਨਸ ਦੀ ਗੱਲ ਵੀ ਹੋਈ ਹੈ, ਤਾਂ ਉਹ ਸਾਰੀਆਂ ਸਾਡੀਆਂ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ 'ਚ ਜੋ ਪੁੱਛ ਰਹੇ ਆ ਉਹ ਚੀਜ਼ਾਂ ਆ ਰਹੀਆਂ ਨੇ। ਬਾਕੀ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਜਿਹੜਾ ਕੰਪਲੇਂਟਸ ਦਾ ਕੁਆਂਟਮ ਬਹੁਤ ਹੈ, 250 ਦੇ ਅਰਾਊਂਡ ਕੰਪਲੇਂਟਸ ਨੇ, ਉਹ ਸਾਰੀਆਂ ਨੂੰ ਅਸੀਂ ਸਟੱਡੀ ਕਰ ਰਹੇ ਹਾਂ। ਉਹ 'ਚ ਸਾਰਿਆਂ 'ਚ ਅਲੱਗ-ਅਲੱਗ ਤਰੀਕੇ ਨਾਲ ਕੀਤਾ ਹੋਇਆ। ਲੀਲਾ ਭਵਨ ਕੇਸ ਦੇ ਵਿੱਚ